Hello and welcome to Study for You. Today in this video we are going to be discussed 10th class geography 6th chapter manufacturing industries. These are the topics that we will discuss in this chapter: introduction, importance of manufacturing, contribution of industry to national economy, industrial location, classification of industry, industrial pollution and environmental degradation, control of environmental degradation. First of all, we will discuss the introduction of this chapter. Production of goods in large quantities after processing from raw material to more valuable products is called as manufacturing. ਜਦੋਂ ਅਸੀਂ raw material ਤੋਂ ਇੱਕ usable ਔਰ valuable thing ਕ੍ਰੀਏਟ ਕਰਦੇ ਹਾਂ, ਤਿਆਰ ਕਰਦੇ ਹਾਂ, ਤਾਂ ਉਸ ਨੂੰ ਕੀ ਕਿਹਾ ਜਾਂਦਾ ਜੀ? ਮੈਨੂਫੈਕਚਰਿੰਗ। ਲਾਈਕ ਅਸੀਂ ਕਾਟਨ ਤੋਂ ਕੱਪੜਾ ਤਿਆਰ ਕਰਦੇ ਹਾਂ, ਕਲੋਥ ਤਿਆਰ ਕਰਦੇ ਹਾਂ, ਐਂਡ ਆਫਟਰ ਦੈਟ ਉਸ ਤੋਂ ਕੀ ਹੈ ਜੀ, ਅਸੀਂ ਸ਼ਰਟਸ, ਪੈਂਟਸ, ਇਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਦੇ ਹਾਂ, ਤਾਂ ਇਸ ਨੂੰ ਕੀ ਕਿਹਾ ਜਾਂਦਾ ਜੀ? ਮੈਨੂਫੈਕਚਰਿੰਗ। ਮੈਨੂਫੈਕਚਰਿੰਗ ਇਜ਼ ਐਨ ਸੈਕੰਡਰੀ ਸੈਕਟਰ ਐਕਟੀਵਿਟੀ। ਇਹ ਕੀ ਹੈ ਜੀ? ਇੱਕ ਸੈਕੰਡਰੀ ਸੈਕਟਰ ਐਕਟੀਵਿਟੀ ਹੈ। ਤਿੰਨ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ ਮੇਨ: ਪ੍ਰਾਇਮਰੀ ਸੈਕਟਰ ਐਕਟੀਵਿਟੀ, ਸੈਕੰਡਰੀ ਸੈਕਟਰ ਐਕਟੀਵਿਟੀ ਐਂਡ ਟਰਸਰੀ ਸੈਕਟਰ ਐਕਟੀਵਿਟੀ। ਪ੍ਰਾਇਮਰੀ ਸੈਕਟਰ ਵਿੱਚ ਕੀ ਹੁੰਦਾ ਜੀ? ਲਾਈਕ ਜਿੱਦਾਂ ਜੋ ਐਗਰੀਕਲਚਰ ਕਰਦੇ ਨੇ, ਕਾਟਨ ਨੂੰ ਪ੍ਰੋਡਿਊਸ ਕਰਦੇ ਨੇਗੇ, ਉਸ ਨੂੰ ਕੀ ਕਹਿੰਦੇ ਆ ਜੀ ਆਪਾਂ? ਪ੍ਰਾਇਮਰੀ ਸੈਕਟਰ ਐਕਟੀਵਿਟੀ। ਜਦੋਂ ਕਾਟਨ ਤੋਂ ਸ਼ਰਟ ਤਿਆਰ ਹੁੰਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਜੀ? ਸੈਕੰਡਰੀ ਸੈਕਟਰ ਐਕਟੀਵਿਟੀ। ਜਦੋਂ ਸ਼ਰਟ ਨੂੰ ਹੋਲਸੇਲਰ ਤੋਂ ਲੈ ਕੇ ਰਿਟੇਲਰ ਤੱਕ ਐਂਡ ਰਿਟੇਲਰ ਤੋਂ ਕੰਜ਼ਿਊਮਰ ਤੱਕ ਪਹੁੰਚਾਇਆ ਜਾਂਦਾ, ਮੀਨਜ਼ ਸਰਵਿਸ ਦਿੱਤੀ ਜਾਂਦੀ ਹੈਗੀ, ਤਾਂ ਉਸ ਸਰਵਿਸ ਨੂੰ ਕੀ ਕਿਹਾ ਜਾਂਦਾ ਜੀ? ਟਰਸਰੀ ਸੈਕਟਰ ਐਕਟੀਵਿਟੀ। ਠੀਕ ਹੈ ਜੀ। ਦ ਇਕੋਨਮਿਕ ਸਟਰੈਂਥ of a country is measured by the development of manufacturing industries। ਕਿਸੇ ਕੰਟਰੀ ਦੀ ਜੋ ਇਕੋਨਮਿਕ ਸਟਰੈਂਥ ਹੈ ਉਹ ਕੀ ਹੈ ਜੀ? ਉੱਥੋਂ ਦੀ ਮੈਨੂਫੈਕਚਰਿੰਗ ਇੰਡਸਟਰੀ 'ਤੇ ਡਿਪੈਂਡ ਕਰਦੀ ਹੈ। ਨੈਕਸਟ ਹੈ ਜੀ ਇੰਪੋਰਟੈਂਸ ਆਫ ਮੈਨੂਫੈਕਚਰਿੰਗ ਇੰਡਸਟਰੀਜ਼। ਮੈਨੂਫੈਕਚਰਿੰਗ ਇੰਡਸਟਰੀਜ਼ ਹੈਲਪਸ ਇਨ ਮੋਡਰਨਾਈਜ਼ਿੰਗ ਐਗਰੀਕਲਚਰ which forms the backbone of our country। ਜੋ ਮੈਨੂਫੈਕਚਰਿੰਗ ਇੰਡਸਟਰੀ ਹੈ ਉਹ ਕੀ ਹੈ ਜੀ? ਐਗਰੀਕਲਚਰ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰਦੀ ਹੈ। ਲਾਈਕ ਐਗਰੀਕਲਚਰ ਦੇ ਵਿੱਚ ਕੀ ਹੈ ਜੀ? ਫਾਰਮਰਸ ਨੂੰ ਇਹ ਮਸ਼ੀਨਾਂ ਬਣਾ ਕੇ ਦਿੰਦੇ ਨੇਗੇ। ਠੀਕ ਹੈ ਜੀ। ਐਂਡ ਹੋਰ ਕਈ ਪ੍ਰਕਾਰ ਦੇ ਜੋ ਮਿਨਰਲਸ ਨੇਗੇ, ਜੋ ਕੈਮੀਕਲ ਫਰਟੀਲਾਈਜ਼ਰਸ ਨੇ, ਉਹ ਵੀ ਕੀ ਹੈ ਜੀ? ਇੰਡਸਟਰੀ ਹੀ ਤਿਆਰ ਕਰਦੀ ਹੈ। ਹੈਲਪਸ ਇਨ ਰਿਡਕਸ਼ਨ ਆਫ ਅਨਇੰਪਲੋਇਮੈਂਟ ਐਂਡ ਪਾਵਰਟੀ। ਜੋ ਮੈਨੂਫੈਕਚਰਿੰਗ ਇੰਡਸਟਰੀ ਹੈ ਇਹ ਕੀ ਹੈ ਜੀ? ਇੰਪਲੋਇਮੈਂਟ ਪ੍ਰੋਡਿਊਸ ਕਰਦੀ ਹੈ, ਜਿਸ ਨਾਲ ਕੀ ਹੈ ਜੀ? ਅਨਇੰਪਲੋਇਮੈਂਟ ਦੀ ਜੋ ਪ੍ਰੋਬਲਮ ਹੈ ਉਹ ਦੂਰ ਹੁੰਦੀ ਹੈ, ਐਂਡ ਪਾਵਰਟੀ ਵੀ ਇਸ ਦੇ ਨਾਲ ਕੀ ਹੈ ਜੀ? ਦੂਰ ਹੁੰਦੀ ਹੈਗੀ, ਖਤਮ ਹੁੰਦੀ ਹੈਗੀ। ਐਕਸਪੋਰਟ ਬ੍ਰਿੰਗ ਫੋਰਨ ਐਕਸਚੇਂਜ। ਜਦੋਂ ਮੈਨੂਫੈਕਚਰਿੰਗ ਇੰਡਸਟਰੀ ਬਹੁਤ ਜ਼ਿਆਦਾ ਪ੍ਰੋਡਿਊਸ ਕਰਦੀ ਹੈ ਤਾਂ ਉਸ ਨਾਲ ਕੀ ਹੈ ਜੀ? ਫੋਰਨ ਦੇ ਵਿੱਚ ਐਕਸਪੋਰਟਸ ਕੀਤੇ ਜਾਂਦੇ ਨੇ, ਜਿਸ ਨਾਲ ਕੀ ਹੈ ਜੀ? ਜੋ ਫੋਰਨ ਐਕਸਚੇਂਜ ਰਿਜ਼ਰਵ ਹੈ ਉਹ ਆਪਣੀ ਕੰਟਰੀ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ। ਜੋ ਐਗਰੀਕਲਚਰ ਐਂਡ ਇੰਡਸਟਰੀ ਹੈ ਇਹ ਇੱਕ ਦੂਜੇ ਦੇ ਉੱਪਰ ਡਿਪੈਂਡੈਂਟ ਨੇ, ਬਿਕੋਜ਼ ਜੋ ਇੰਡਸਟਰੀ ਹੈ ਉਹ ਕੀ ਹੈ ਜੀ? ਰਾ ਮਟੀਰੀਅਲ ਐਗਰੀਕਲਚਰ ਤੋਂ ਹੀ ਲੈਂਦੀ ਹੈ, ਐਂਡ ਜੋ ਟੂਲਸ, ਪੰਪਸ, ਮਸ਼ੀਨਰੀ ਤਿਆਰ ਕਰਕੇ ਉਸਨੇ ਸੈੱਲ ਕਰਨੀ ਹੈ ਉਹ ਵੀ ਕੀ ਹੈ ਜੀ? ਉਹ ਐਗਰੀਕਲਚਰ ਸੈਕਟਰ ਦੇ ਵਿੱਚ ਸੈੱਲ ਕਰਦੇ ਨੇਗੇ। ਐਂਡ ਜੋ ਐਗਰੀਕਲਚਰ ਹੈ ਉਹ ਵੀ ਕੀ ਹੈ ਜੀ? ਡਿਪੈਂਡ ਕਰਦੀ ਹੈਗੀ ਇੰਡਸਟਰੀ 'ਤੇ, ਕਿਉਂਕਿ ਉਸਨੂੰ ਟੂਲਸ, ਫਰਟੀਲਾਈਜ਼ਰਸ ਇੰਡਸਟਰੀ ਤੋਂ ਲੈਣੇ ਪੈਂਦੇ ਨੇ। ਤਾਂ ਇਹ ਕੀ ਹੈ ਜੀ? ਇੱਕ ਦੂਜੇ ਉੱਪਰ ਇੰਟਰਡਿਪੈਂਡੈਂਟ ਸੈਕਟਰਸ ਨੇ। ਮੀਨਸ ਪ੍ਰਾਇਮਰੀ ਸੈਕਟਰ ਸੈਕੰਡਰੀ ਸੈਕਟਰ ਉੱਪਰ ਡਿਪੈਂਡ ਕਰਦਾ, ਐਂਡ ਸੈਕੰਡਰੀ ਸੈਕਟਰ ਕੀ ਹੈ ਜੀ? ਪ੍ਰਾਇਮਰੀ ਸੈਕਟਰ ਉੱਪਰ ਡਿਪੈਂਡ ਕਰਦਾ। ਨੈਕਸਟ ਹੈ ਜੀ ਕੰਟਰੀਬਿਊਸ਼ਨ ਆਫ ਇੰਡਸਟਰੀ ਟੂ ਨੈਸ਼ਨਲ ਇਕੋਨਮੀ। ਇੰਡਸਟਰੀ ਦੀ ਨੈਸ਼ਨਲ ਇਕੋਨਮੀ ਨੂੰ ਕੀ ਦੇਣ ਹੈ? ਇੰਡਸਟਰੀ ਕੰਟਰੀਬਿਊਟ ਵੈਰੀ ਲੋ ਇਨ GDP ਆਫ ਇੰਡੀਆ ਐਜ਼ ਕੰਪੇਅਰ ਟੂ ਈਸਟ ਏਸ਼ੀਅਨ ਇਕੋਨਮੀਜ਼। ਜੋ ਈਸਟ ਏਸ਼ੀਅਨ ਇਕੋਨਮੀਜ਼ ਨੇ ਉਹ ਕੀ ਨੇ ਜੀ? ਇੰਡੀਆ ਨਾਲੋਂ ਜ਼ਿਆਦਾ GDP ਦੇ ਵਿੱਚ ਹਿੱਸਾ ਪਾਉਂਦੇ ਨੇ।
The National Manufacturing Competitiveness Council has been set up by government to take appropriate policy measures to improve the productivity of manufacturing sector। एक की है जी नैशनल मैन्युफैक्चरिंग कंपीटिटिवनैस काउंसिल बनाई गई है जो कि है जी गौरमेंट के द्वारा बनाई गई हैगी मैन्युफैक्चरिंग सैक्टर की प्रोडक्टिविटी ਵਧਾਉਣ ਦੇ ਲਈ। इंडस्ट्रीयल लोकेशन, इंडस्ट्री की लोकेशन कित्थे होनी चाहिए हैगी। लोकेशन ऑफ इंडस्ट्री इज़ इन्फ्लुएंस्ड बाय अवेलेबिलिटी ऑफ रॉ मटीरियल, लेबर, कैपिटल, पावर एंड मार्केट। इंडस्ट्री कहते उत्थे होनी चाहिए जिथे उन्होंने आसानी नाल रॉ मटीरियल मिल सके, लेबर मिल सके, कैपिटल मिल सके, उसनों पावर मिल सके एंड सैल करने लिए की है जी मार्केट भी उसनों नेड़े ही मिल सके। वो की है जी बेस्ट लोकेशन होगी किसी भी इंडस्ट्री के लिए। सिटीज़ प्रोवाइड मार्केट एंड सर्विसेज सच एज बैंकिंग, इंश्योरेंस, ट्रांसपोर्ट, लेबर, कंसल्टेंट्स एंड फाइनेंशियल एडवाइस टू इंडस्ट्री। जो सिटीज़ ने वो भी कहते हैं जी ये जो बेस्ट थिंग्स ने प्रोवाइड कर दी इंडस्ट्री नूं तां कि है जी जो इंडस्ट्रीज़ ने सिटीज़ के नेड़े ही ज़्यादा बेस्ट रहिंदियां नहीं। Many industries tend to come together to make use of advantages offered by urban centers known as agglomeration economies। Next है जी classification of industries। ਆਪਾਂ इंडस्ट्री की क्लासीफिकेशन 5 डिफरेंट वेज ਦੇ ਵਿੱਚ ਕਰ ਦਿਆਂਗੇ। ਪਹਿਲੀ ਕਿਹੜੀ ਹੈ ਜੀ ऑन द बेसिस ऑफ सोर्स ऑफ रॉ मटीरियल। ਆਪਾਂ ਨੂੰ रॉ मटीरियल ਕਿੱਥੋਂ ਮਿਲਦਾ ਜੀ एग्रो वेस्ट एंड मिनरल वेस्ट। नैक्सट है जी ऑन द बेसिस ऑफ मेन रूल। ये दो तरह की होंगी है जी की इंडस्ट्री एंड कंज्यूमर इंडस्ट्री। थर्ड कैटेगरी दे ने जी अपनियां ऑन द बेसिस ऑफ कैपिटल इन्वेस्टमेंट, स्मॉल स्केल एंड लार्ज स्केल इंडस्ट्रीज। नैक्सट है जी ऑन द बेसिस ऑफ ओनरशिप, प्राइवेट, पब्लिक, जॉइंट एंड कोऑपरेटिव। नैक्सट है जी ऑन द बेसिस ऑफ वेट ऑफ मटीरियल, हैवी एंड लाइट इंडस्ट्रीज। हुण असीं डिस्कस करांगे जी एग्रो वेस्ट इंडस्ट्रीज। मेन किहड़ियां ने जी टैक्सटाइल इंडस्ट्री, कॉटन टैक्सटाइल, जूट टैक्सटाइल, शुगर इंडस्ट्री। सब तो पहला असीं देखते हैं जी टैक्सटाइल इंडस्ट्रीज कंट्रीब्यूट 4% in GDP of our country, self-reliant and complete in the value chain, second largest employment generating sector। एक ही है जी अपनी जो GDP है उस विच 4% कंट्रीब्यूट करता है एंड की है जी ये सैकेंड लार्जेस्ट एम्पलॉयमेंट जनरेटिंग सैक्टर आ गया। नैक्सट है जी कॉटन टैक्सटाइल। इन एंशियंट टाइम्स हैंड स्पिनिंग एंड हैंडलूम ਵੀਵਿੰਗ ਟੈਕਨੀਕਸ ਵਾਜ ਯੂਜ਼ਡ। ਪਹਿਲਾਂ ਕੀ ਹੈ ਜੀ ਅਸੀਂ ਦੇਖਦੇ ਹਾਂ ਲੋਕ ਚਰਖਿਆਂ ਦੇ ਉੱਪਰ ਕੱਤਦੇ ਹੁੰਦੇ ਸੀਗੇ ਤਾਂ ਸ਼ੁਰੂ ਤੋਂ ਕੀ ਹੈ ਜੀ ਕਾਟਨ ਟੈਕਸਟਾਈਲ ਜੋ ਚੱਲੀ ਆ ਰਹੀ ਹੈਗੀ। ਬਟ ਕੀ ਹੈ ਜੀ ਆਫਟਰ 18th century ਪਾਵਰ ਲੂਮਸ हैव come and in 1854 textile mill was established in Mumbai। ਪਹਿਲਾਂ ਕੀ ਸੀ ਜੀ ਲੋਕ ਹੱਥੀਂ ਕੰਮ ਕਰਦੇ ਸੀਗੇ, ਉਹਨਾਂ ਕੋਲ ਹੱਥੀ ਮਸ਼ੀਨਾਂ ਹੁੰਦੀਆਂ ਸੀ, ਹੈਂਡ ਸਪਿਨਿੰਗ ਐਂਡ ਹੈਂਡਲੂਮ ਲਾਈਕ ਚਰਖੇ ਹੁੰਦੇ ਸੀਗੇ, ਹੋਰ ਕਿਸ ਪ੍ਰਕਾਰ ਦੇ ਕਈ ਉਹਨਾਂ ਕੋਲ ਜੋ ਟੂਲਸ ਹੁੰਦੇ ਸੀ। ਬਟ 18 ਜੋ ਸੈਂਚਰੀ ਸੀ ਉਸ ਤੋਂ ਬਾਅਦ ਕੀ ਹੈ ਜੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨਾਂ ਆਉਣ ਲੱਗ ਗਈਆਂ। ਸਭ ਤੋਂ ਪਹਿਲੀ ਇੰਡਸਟਰੀ ਕਿੱਥੇ ਲੱਗੀ ਇੰਡੀਆ ਦੇ ਵਿੱਚ ਜੀ 1854 ਦੇ ਵਿੱਚ ਮੁੰਬਈ ਦੇ ਵਿੱਚ, ਜਿਹੜੀ ਕਿ ਇਲੈਕਟ੍ਰੋਨਿਕ ਸੀ ਮੀਨਜ਼ ਜਿਹਦੇ ਵਿੱਚ ਪਾਵਰ ਲੂਮ ਯੂਜ਼ ਕੀਤੇ ਜਾਂਦੇ ਸੀ। ਸਪਿਨਿੰਗ ਮਿਲਜ਼ ਆਰ ਸੈਂਟਰਲਾਈਜ਼ਡ ਇਨ ਮਹਾਰਾਸ਼ਟਰ, ਗੁਜਰਾਤ ਐਂਡ ਤਾਮਿਲਨਾਡੂ। ਇੰਡੀਆ ਐਕਸਪੋਰਟਸ ਇਟ ਕਾਟਨ yarn to Japan, USA, UK, ਰਸੀਆ, ਫਰਾਂਸ ਐਕਸੈਕਟਰਾ। ਇੰਡੀਆ ਕੀ ਹੈ ਜੀ ਇਹਨਾਂ ਕੰਟਰੀਆਂ ਨੂੰ ਜੋ ਇੱਥੋਂ ਦਾ ਕਾਟਨ ਯਾਰਨ ਹੈ ਮੀਨਜ਼ ਜੋ ਕਾਟਨ ਦਾ ਧਾਗਾ ਹੈ ਉਹ ਜਾਪਾਨ, USA, ਰਸੀਆ, ਫਰਾਂਸ, UK ਇਹਨਾਂ ਕੰਟਰੀ ਦੇ ਵਿੱਚ ਐਕਸਪੋਰਟ ਕਰਦਾ ਹੈ ਮੀਨਜ਼ ਭੇਜਦਾ ਹੈ। ਇੰਡੀਆ ਹੈਜ਼ ਲਾਰਜ ਸ਼ੇਅਰ ਇਨ ਕਾਟਨ ਯਾਰਨ ਟ੍ਰੇਡ ਬਟ ਓਨਲੀ 4% ਇਨ ਗਾਰਮੈਂਟ ਟ੍ਰੇਡ।
ਇੰਡੀਆ ਦਾ ਕੀ ਹੈ ਜੀ ਕਾਟਨ ਯਾਰਨ ਨੂੰ ਐਕਸਪੋਰਟ ਕਰਨ ਦੇ ਵਿੱਚ ਜਾਂ ਫਿਰ ਕਹਿ ਲਈਏ ਪ੍ਰੋਡਿਊਸ ਕਰਨ ਦੇ ਵਿੱਚ ਵਰਲਡ ਵਾਈਡ ਕੀ ਹੈ ਜੀ ਬਹੁਤ ਜ਼ਿਆਦਾ ਵੱਡਾ ਸ਼ੇਅਰ ਹੈ, ਬਟ ਗਾਰਮੈਂਟ ਟ੍ਰੇਡ ਦੇ ਵਿੱਚ ਸਿਰਫ 4% ਹੈ। ਇਹ ਕਿਉਂ ਜੀ? ਕਿਉਂਕਿ ਇੱਥੋਂ ਦਾ ਜੋ ਮੈਨੂਫੈਕਚਰਿੰਗ ਸੈਕਟਰ ਹੈ ਉਹ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਉਹ ਕੀ ਹੈ ਜੀ ਵੀਕ ਆ ਗਿਆ, ਬਟ ਇੱਥੋਂ ਜੋ ਪ੍ਰਾਇਮਰੀ ਸੈਕਟਰ ਹੈ ਉਹ ਕੀ ਹੈ ਜੀ ਬੈਸਟ ਹੈ। ਨੈਕਸਟ ਹੈ ਜੀ ਜੂਟ ਟੈਕਸਟਾਈਲ। ਇੰਡੀਆ ਇਜ਼ ਦਾ ਲਾਰਜੈਸਟ ਪ੍ਰੋਡਿਊਸਰ। ਜੂਟ ਨੂੰ ਕੀ ਹੈ ਜੀ ਇੰਡੀਆ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪ੍ਰੋਡਿਊਸ ਕਰਦਾ ਹੈ। ਮੋਸਟਲੀ ਮਿਲਸ ਇਨ ਵੈਸਟ ਬੰਗਾਲ ਅਲੋਂਗ ਵਿਦ ਬੈਂਕ ਆਫ ਹੁਗਲੀ ਰਿਵਰ। ਜ਼ਿਆਦਾ ਮਿਲਸ ਕਿੱਥੇ ਮਿਲਦੀਆਂ ਨੇ ਇੰਡੀਆ ਦੇ ਵਿੱਚ ਜੀ? ਵੈਸਟ ਬੰਗਾਲ ਦੇ ਵਿੱਚ ਹੁਗਲੀ ਰਿਵਰ ਦੇ ਕਿਨਾਰੇ 'ਤੇ। ਹੁਗਲੀ ਬੇਸਨ ਸਪੋਰਟਡ ਬਾਏ environmental conditions like water, jute production area, cheap labor, etc. First jute mill in India set up in Kolkata in 1859। ਜੋ ਜੂਟ ਮਿਲ ਸੀਗੀ ਉਹ ਇੰਡੀਆ ਦੇ ਵਿੱਚ 1859 ਦੇ ਵਿੱਚ ਲਗਾਈ ਗਈ ਕੋਲਕਾਤਾ ਦੇ ਵਿੱਚ। ਨੈਕਸਟ ਹੈ ਜੀ ਸ਼ੂਗਰ ਇੰਡਸਟਰੀ। ਇੰਡੀਆ ਇਜ਼ ਦਾ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਇਨ ਦਾ ਵਰਲਡ। ਤਾਂ ਪਹਿਲਾ ਕਿਹੜਾ ਜੀ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ। ਦੇਅਰ ਆਰ 662 ਮਿਲਸ ਇਨ UP MP AP ਮੀਨਸ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੰਜਾਬ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ। ਇੰਡੀਆ ਦੇ ਵਿੱਚ ਕੀ ਹੈ ਜੀ ਟੋਟਲ 662 ਮਿਲਸ ਨੇ ਜਿਹੜੀਆਂ ਕੀ ਹੈ ਜੀ ਇਹਨਾਂ ਸਟੇਟ ਦੇ ਵਿੱਚ ਫੈਲੀਆਂ ਹੋਈਆਂ ਨੇ। ਨੈਕਸਟ ਹੈ ਜੀ ਪ੍ਰੋਬਲਮ ਫੇਸਡ ਬਾਏ ਇੰਡਸਟਰੀਜ਼। ਜਿਹੜੀਆਂ ਇੰਡਸਟਰੀਜ਼ ਅਸੀਂ ਡਿਸਕਸ ਕੀਤੀਆਂ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇਗੀਆਂ। ਕਾਟਨ ਇੰਡਸਟਰੀ ਨੂੰ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ? ਇਰੈਗੂਲਰ ਸਪਲਾਈ ਆਫ ਇਲੈਕਟ੍ਰੀਸਿਟੀ, ਓਲਡ ਮਸ਼ੀਨਰੀ, ਕੰਪੀਟੀਸ਼ਨ ਆਫ ਸਿੰਥੈਟਿਕ ਐਂਡ ਫਾਈਬਰ ਇੰਡਸਟਰੀ। ਇਸ ਨੂੰ ਕੀ ਹੈ ਜੀ ਜੋ ਇਲੈਕਟ੍ਰੀਸਿਟੀ ਦੀ ਪ੍ਰੋਪਰ ਸਪਲਾਈ ਨਹੀਂ ਮਿਲਦੀ ਐਂਡ ਇਹਨਾਂ ਕੋਲ ਜੋ ਮਸ਼ੀਨਰੀ ਹੈ ਉਹ ਵੀ ਕੀ ਹੈ ਜੀ ਓਲਡ ਆ ਗਈ। ਐਂਡ ਇੱਕ ਮੇਨ ਫੈਕਟਰ ਕੀ ਹੈ ਜੀ ਜੋ ਯੂਰਪ ਦੇ ਵਿੱਚ ਜ਼ਿਆਦਾ ਪ੍ਰੋਡਿਊਸ ਕੀਤਾ ਜਾਂਦਾ ਸਿੰਥੈਟਿਕ ਫਾਈਬਰ, ਉਸਦਾ ਕੀ ਹੈ ਜੀ ਕਾਟਨ ਇੰਡਸਟਰੀ ਨੂੰ ਬਹੁਤ ਜ਼ਿਆਦਾ ਕੀ ਹੈ ਜੀ ਵੱਡਾ ਸਾਹਮਣਾ ਕਰਨਾ ਪੈਂਦਾ ਹੈ। ਨੈਕਸਟ ਹੈ ਜੀ ਜੂਟ ਇੰਡਸਟਰੀ। ਦਾ ਸਟਿਫ ਕੰਪੀਟੀਸ਼ਨ ਫਰੋਮ ਇੰਟਰਨੈਸ਼ਨਲ ਮਾਰਕੀਟ। ਜੂਟ ਇੰਡਸਟਰੀ ਨੂੰ ਕੀ ਹੈ ਜੀ ਇੰਟਰਨੈਸ਼ਨਲ ਮਾਰਕੀਟ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਇੰਡੀਆ ਗੌਰਮੈਂਟ ਨੇ ਕੀ ਹੈ ਜੀ ਇੱਕ ਨੈਸ਼ਨਲ ਯੂਟ ਪੋਲਿਸੀ 2005 ਦੇ ਵਿੱਚ ਪਾਸ ਕੀਤੀ ਸੀ। ਇਹ ਕੀ ਕਹਿੰਦੀ ਹੈ ਜੀ ਨੈਸ਼ਨਲ ਯੂਟ ਪੋਲਿਸੀ ਵਾਜ਼ ਫਾਰਮੂਲੇਟਡ ਇਨ 2005 ਵਿਦ ਆਬਜੈਕਟਿਵ ਆਫ ਇਨਕਰੀਜ਼ਿੰਗ ਪ੍ਰੋਡਕਟਿਵਿਟੀ, ਇੰਪਰੂਵਿੰਗ ਕੁਆਲਿਟੀ, ensuring good price to jute farmers and enhancing the yield per hectare। 2005 ਦੇ ਵਿੱਚ ਇੱਕ ਪਾਲਿਸੀ ਬਣਾਈ ਗਈ ਸੀ ਜਿਸ ਦਾ ਨਾਮ ਸੀ ਨੈਸ਼ਨਲ ਯੂਟ ਪਾਲਿਸੀ, ਜਿਸ ਦੇ ਵਿੱਚ ਕੀ ਸੀ ਜੀ ਯੂਟ ਦੀ ਜੋ ਪ੍ਰੋਡਕਟਿਵਿਟੀ ਸੀ ਉਸਨੂੰ ਇਨਕਰੀਜ਼ ਕਰਨਾ, ਕੁਆਲਿਟੀ ਨੂੰ ਇਨਕਰੀਜ਼ ਕਰਨਾ ਐਂਡ ਫਾਰਮਰ ਨੂੰ ਇੱਕ ਫਿਕਸ ਲਾਈਕ MSP ਉਹਨਾਂ ਨੂੰ ਇੱਕ ਪ੍ਰਾਈਸ ਫਿਕਸ ਦੇਣਾ। ਨੈਕਸਟ ਹੈ ਜੀ ਮਿਨਰਲ ਵੇਸਟ ਇੰਡਸਟਰੀਜ਼। ਅਸੀਂ ਪਿੱਛੇ ਡਿਸਕਸ ਕੀਤੀਆਂ ਜੀ ਐਗਰੋ ਵੇਸਟ ਇੰਡਸਟਰੀਜ਼ ਜਿਨ੍ਹਾਂ ਦਾ ਕੀ ਸੀ ਜੀ ਰਾ ਮਟੀਰੀਅਲ ਐਗਰੀਕਲਚਰ 'ਤੇ ਡਿਪੈਂਡ ਕਰਦਾ ਸੀਗਾ। ਹੁਣ ਨੇ ਜੀ ਮਿਨਰਲ ਵੇਸਟ ਇੰਡਸਟਰੀਜ਼ ਕਿਹੜੀਆਂ ਨੇ ਜੀ ਇਹ ਆਇਰਨ ਐਂਡ ਸਟੀਲ ਇੰਡਸਟਰੀ, ਐਲੂਮੀਨੀਅਮ ਸਮੈਲਟਿੰਗ ਐਂਡ ਅੱਗੇ ਵੀ ਨੇ ਕੁਛ। ਪਹਿਲੀ ਡਿਸਕਸ ਕਰਦੇ ਹਾਂ ਜੀ ਆਇਰਨ ਐਂਡ ਸਟੀਲ ਇੰਡਸਟਰੀ। ਬੇਸਿਕ ਇੰਡਸਟਰੀ ਐਜ਼ ਇਟ ਪ੍ਰੋਵਾਈਡ ਮਸ਼ੀਨਰੀ ਟੂ ਅਦਰ ਇੰਡਸਟਰੀ। ਜੋ ਆਇਰਨ ਐਂਡ ਸਟੀਲ ਇੰਡਸਟਰੀ ਹੈ ਜੀ ਇਹ ਕੀ ਹੈ ਜੀ ਇੱਕ ਬੇਸਿਕ ਇੰਡਸਟਰੀ ਹੈ ਕਿਉਂਕਿ ਜੋ ਮਸ਼ੀਨਰੀ ਆ ਗਈ ਸਾਰੀ ਦੀ ਸਾਰੀ ਮਸ਼ੀਨਰੀ ਆਇਰਨ ਜਾਂ ਫਿਰ ਸਟੀਲ ਦੀ ਹੀ ਬਣੀ ਹੁੰਦੀ ਹੈ। ਤਾਂ ਇਹ ਕੀ ਹੈ ਜੀ ਬਾਕੀ ਇੰਡਸਟਰੀਆਂ ਦੇ ਲਈ ਇੱਕ ਬੇਸ ਆ ਗਿਆ। ਪ੍ਰੋਡਕਸ਼ਨ ਆਫ ਸਟੀਲ ਰਿਪਰੈਜ਼ੈਂਟ ਦਾ ਇੰਡੈਕਸ ਆਫ ਕੰਟਰੀਜ਼ ਡਿਵੈਲਪਮੈਂਟ। ਕੰਟਰੀ ਦੇ ਵਿੱਚ ਕਿੰਨੀ ਸਟੀਲ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਇਹ ਉਸ ਕੰਟਰੀ ਦੀ ਡਿਵੈਲਪਮੈਂਟ ਨੂੰ ਦਰਸਾਉਂਦੀ ਹੈ। ਚਾਈਨਾ ਇਜ਼ ਦਾ ਲਾਰਜੈਸਟ ਪ੍ਰੋਡਿਊਸਰ, ਇੰਡੀਆਜ਼ ਰੈਂਕ ਇਜ਼ 4th। ਸਟੀਲ ਦੀ ਪ੍ਰੋਡਕਸ਼ਨ ਦੇ ਵਿੱਚ ਚਾਈਨਾ ਦਾ ਕੀ ਹੈ ਜੀ ਸਭ ਤੋਂ ਉੱਪਰ ਨਾਮ ਆਉਂਦਾ ਐਂਡ ਇੰਡੀਆ ਦਾ ਨਾਮ ਜੀ ਚੌਥੇ ਨੰਬਰ 'ਤੇ ਆਉਂਦਾ। ਬਾਏ ਆਇਰਨ ਐਂਡ ਸਟੀਲ ਇਜ਼ ਆ ਹੈਵੀ ਇੰਡਸਟਰੀ। ਜੋ ਆਇਰਨ ਐਂਡ ਸਟੀਲ ਇੰਡਸਟਰੀ ਹੈ ਇਸ ਨੂੰ ਹੈਵੀ ਇੰਡਸਟਰੀ ਕਿਉਂ ਕਿਹਾ ਜਾਂਦਾ ਹੈ? ਬਿਕੋਜ਼ ਇੱਥੋਂ ਦੀ ਜੋ ਪ੍ਰੋਡਕਸ਼ਨ ਹੈ ਇਸ ਇੰਡਸਟਰੀ ਦੀ ਉਸਦਾ ਵੇਟ ਕੀ ਹੈ ਜੀ ਹੈਵੀ ਹੁੰਦਾ ਹੈ ਕਿਉਂਕਿ ਜੋ ਆਇਰਨ ਐਂਡ ਸਟੀਲ ਹੈ ਉਹ ਕੀ ਹੈ ਜੀ ਹੈਵੀ ਮਿਨਰਲਸ ਨੇ
ਤਾਂ ਜੋ ਇੱਥੇ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ ਉਸਦਾ ਵੇਟ ਵੀ ਬਹੁਤ ਜ਼ਿਆਦਾ ਹੁੰਦਾ, ਤਾਂ ਇਸ ਲਈ ਇਸ ਨੂੰ ਇੱਕ ਹੈਵੀ ਇੰਡਸਟਰੀ ਦੇ ਵਿੱਚ ਰੱਖ ਦਿਆਂਗੇ। ਛੋਟਾ ਨਾਗਪੁਰ ਪਲੇਟੂ हैज़ द मैक्सिमम आयरन एंड स्टील इंडस्ट्रीज। जो छोटा नागपुर प्लेटू है उत्थे की है जी सब तो वध आयरन एंड स्टील इंडस्ट्रीज पाई जांदियां ने। नैक्सट है जी एलूमीनीयम समैल्टिंग, सैकेंड मोस्ट इंपोर्टेंट मैटालॉजिकल इंडस्ट्री इन इंडिया। एक ही है जी इंडिया की सैकेंड मोस्ट इंपोर्टेंट इंडस्ट्री हैगी। बाक्साइट इज़ यूज एज रा मटीरियल, इस जो कच्चे पदार्थ के तौर पर मटीरियल यूज किया जाता है उसमें कहा जाता है जी बाक्साइट। इट इज़ अ गुड कंडक्टर ऑफ हीट, एक ही है जी हीट का एक गुड कंडक्टर है। यूज टू मैनुफैक्चरिंग एयरक्राफ्ट एंड वायर्स प्रोड्यूस्ड इन वेस्ट बंगाल, तमिलनाडु, केरला, महाराष्ट्र, छत्तीसगढ़ एंड उत्तर प्रदेश। नैक्सट है जी कैमिकल इंडस्ट्री। एक ही है जी फास्ट ग्रोइंग इंडस्ट्री है, कंट्रीब्यूट 3% इन GDP। जो आप देखी चीज़ टैक्सटाइल इंडस्ट्री वो कितना कंट्रीब्यूट करती सी 4%, कैमिकल इंडस्ट्री कितना कंट्रीब्यूट करती है 3%। थर्ड लार्जेस्ट इन एशिया, जो इंडिया की कैमिकल इंडस्ट्री है जी वो एशिया के की है जी तीजे नंबर पर आती है एंड वर्ल्ड वाइड की है जी उसका रैंक 12th है। इट कंसिस्ट बोथ स्मॉल एंड लार्ज स्केल इंडस्ट्रीज। ये की है जी स्मॉल तो लार्ज स्केल दोनों तरह की इंडस्ट्रीज आउंदियां ने। ऑर्गैनिक एंड इनऑर्गैनिक फैक्टर ग्रोइंग फास्ट, इसके जो ऑर्गैनिक एंड इनऑर्गैनिक फैक्टर्स ने वो बहुत ज़्यादा स्पीड से कि जी ग्रो कर रहे हैं। नैक्सट है जी अपनी फर्टिलाइजर इंडस्ट्री, मेनली कंसनट्रेटेड अराउंड द प्रोडक्शन ऑफ नाइट्रोजनस phosphate and ammonium phosphate and complex fertilizers, जिथे एक ही ने जी मिनरल्स प्रोड्यूस किए जाते हैं या फिर पाए जाते हैं उत्थे क्या जी फर्टिलाइजर इंडस्ट्रीज बहुत ज़्यादा पाई जांदियां नेगियां, क्योंकि फर्टिलाइजर इंडस्ट्री के की ने जी ये मेन रा मटीरियल के तौर पर वरते जाने वाले प्रोडक्ट नेगे। इंडिया इज़ द थर्ड लार्जेस्ट प्रोड्यूसर ऑफ नाइट्रोजनस फर्टिलाइजर। फर्टिलाइजर इंडस्ट्रीज आर मेनली इन उत्तर प्रदेश, केरला, पंजाब, गुजरात, तमिलनाडु। इन्होंने स्टेट की ने जी फर्टिलाइजर इंडस्ट्रीज पाई जांदियां ने। नैक्सट है जी सीमेंट इंडस्ट्री, लाइमस्टोन, सिलिका, जिप्सम एंड एलुमिना यूज्ड एज रा मटीरियल। फर्स्ट सीमेंट प्लांट वाज सेट अप इन चेन्नई इन 1904। दिस इंडस्ट्री इज़ डूइंग बेटर इन प्रोडक्शन एंड एक्सपोर्ट। पहली जो सीमेंट इंडस्ट्री सी इंडिया के चेन्नई के 1904 ईस्वी के लगाई गई एंड एक ही है जी फास्ट ग्रोइंग इंडस्ट्री है जो एक्सपोर्ट भी बहुत ज़्यादा कर रही हैगी। नैक्सट है जी ऑटोमोबाइल इंडस्ट्री, प्रोड्यूस व्हीकल फॉर ट्रांसपोर्टेशन। इंडस्ट्री हैड एक्सपीरियंस ह्यूज ग्रोथ इन लास्ट 15 ईयर्स। एक ही है जी ट्रांसपोर्टेशन के लिए व्हीकल्स नूं प्रोड्यूस करती हैगी एंड पिछले 15 सालों तो की है जी बहुत फास्टली ग्रो कर रही है। FDI brought new technology and align this industry globally. In India, there are 15 units of car manufacturing, 9 of commercial vehicle and 14 of two-wheeler। जो FDI है वो की है जी इत्थे नवीं टैक्नोलॉजी लैके आई है, बिकॉज FDI के थ्रू की है जी इत्थे FDI की होंदा जी फॉरन डायरैक्ट इन्वैसटमेंट, मीनज फॉरन के विचों डायरैक्ट जी इत्थे इन्वैसटमेंट की जाती है, इत्थे इंडस्ट्रीज लगाई जांदियां ने, उसने FDI कहने असीं। FDI के थ्रू की है जी इत्थे नवीं टैक्नोलॉजी आईयां जिसने किया जी इंडिया की इंडस्ट्री में ग्लोबली एक हाई रैंक के उपर लैके आंदा। इत्थे की है जी 15 कार इंडस्ट्रीज ने, मीन जो 15 यूनिट्स ने एंड 9 की है जी कमर्शियल वाहीकल्स, 14 की ने जी टू व्हीलर इंडस्ट्रीज ने इंडिया के। नैक्सट है जी इलैक्ट्रॉनिक्स एंड IT इंडस्ट्री। इलैक्ट्रॉनिक कवर वाइड रेंज ऑफ प्रोडक्ट्स फ्रॉम ट्रांजिस्टर टू मोबाइल। इलैक्ट्रॉनिक इंडस्ट्री की है जी
ਇੱਕ ਛੋਟੇ ਜਿਹੇ ਟਰਾਂਜਿਸਟਰ ਤੋਂ ਲੈ ਕੇ ਮੋਬਾਈਲ ਤੱਕ ਦੇ ਪ੍ਰੋਡਕਟਸ ਤਿਆਰ ਕਰਦੀ ਹੈ। ਬੈਂਗਲੌਰ ਇਜ਼ ਦਾ ਹੱਬ ਫੋਰ ਇਲੈਕਟ੍ਰੋਨਿਕ ਇੰਡਸਟਰੀ। ਬੈਂਗਲੌਰ ਕੀ ਹੈ ਜੀ, ਇਲੈਕਟ੍ਰੋਨਿਕ ਇੰਡਸਟਰੀ ਦਾ ਹੱਬ ਮੰਨਿਆ ਜਾਂਦਾ ਹੈ। IT ਇੰਡਸਟਰੀ ਸੈਪਰਡ ਇਨ ਮੁੰਬਈ, ਬੈਂਗਲੌਰ, ਪੁਣੇ, ਚੇਨਈ, ਨੋਇਡਾ। ਜੋ IT ਇੰਡਸਟਰੀ ਹੈ ਜੀ ਉਹ ਇਹਨਾਂ ਸਟੇਟ ਦੇ ਵਿੱਚ ਜਾਂ ਕਹਿ ਦਈਏ ਸ਼ਹਿਰਾਂ ਦੇ ਵਿੱਚ ਜ਼ਿਆਦਾ ਫੈਲੀ ਹੋਈ ਹੈ। IT ਇੰਡਸਟਰੀ ਅਰਨਸ ਲੋਟ ਆਫ ਫੋਰਨ ਐਕਸਚੇਂਜ ਇਨ ਲਾਸਟ 2-3 ਈਅਰਸ। ਜੋ IT ਇੰਡਸਟਰੀ ਹੈ ਜੀ ਉਸਨੇ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਫੋਰਨ ਐਕਸਚੇਂਜ ਕੀ ਹੈ ਜੀ ਇਕੱਠਾ ਕੀਤਾ ਗਿਆ, ਡਿਊ ਟੂ ਇਟਸ ਫਾਸਟ ਗਰੋਇੰਗ ਬਿਜ਼ਨਸ ਪ੍ਰੋਸੈਸਿੰਗ ਆਊਟਸੋਰਸਿੰਗ ਸੈਕਟਰ। ਨੈਕਸਟ ਹੈ ਜੀ ਇੰਡਸਟਰੀਅਲ ਪੋਲਿਊਸ਼ਨ ਐਂਡ ਇਨਵਾਇਰਮੈਂਟਲ ਡੀਗ੍ਰੇਡੇਸ਼ਨ। ਜੋ ਅਸੀਂ ਇੰਡਸਟਰੀਜ਼ ਜ਼ਿਆਦਾ ਲਗਾ ਰਹੇ ਹਾਂ ਉਸ ਨਾਲ ਕੀ ਹੈ ਜੀ ਇੱਥੇ ਜੋ ਇੰਡਸਟਰੀ ਦੇ ਦੁਆਰਾ ਪੋਲਿਊਸ਼ਨ ਹੈ ਜੋ ਕੀਤਾ ਜਾ ਰਿਹਾ ਉਹ ਇਨਕਰੀਜ਼ ਹੋ ਰਿਹਾ, ਜਿਸ ਨਾਲ ਕੀ ਹੈ ਜੀ ਇਨਵਾਇਰਮੈਂਟਲ ਦਾ ਡੀਗ੍ਰੇਡੇਸ਼ਨ ਹੋ ਰਿਹਾ ਹੈ। ਇੰਡਸਟਰੀਅਲ ਗਰੋਥ ਸਪੋਰਟਸ our economic system, but it also affect our environment by increasing soil, air, noise and water pollution। ਜੋ ਇੰਡਸਟਰੀਅਲ ਗਰੋਥ ਹੈ ਉਹ ਕੀ ਹੈ ਜੀ ਆਪਣੇ ਇਕੋਨਮਿਕ ਸਿਸਟਮ ਹੈ ਜੋ ਉਸ ਨੂੰ ਪਾਵਰਫੁਲ ਕਰ ਰਿਹਾ, ਬਟ ਨਾਲ ਦੀ ਨਾਲ ਕੀ ਹੈ ਜੀ ਜੋ ਆਪਣਾ ਇਨਵਾਇਰਮੈਂਟ ਹੈ ਉਸ ਨੂੰ ਕੀ ਹੈ ਜੀ ਨੁਕਸਾਨ ਪਹੁੰਚਾ ਰਿਹਾ ਹੈ। ਐਜ਼ ਕੀ ਹੈ ਜੀ ਜੋ ਪੋਲਿਊਸ਼ਨ ਹੈ ਲਾਈਕ ਏਅਰ, ਸੋਇਲ, ਨੋਇਸ ਐਂਡ ਵਾਟਰ ਇਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਨੇ। ਸਲਫਰ ਡਾਈਆਕਸਾਈਡ ਐਂਡ ਕਾਰਬਨ ਮੋਨੋਆਕਸਾਈਡ ਐਂਡ ਅਦਰ ਹਾਰਮਫੁਲ ਗੈਸਿਸ ਜੋ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਜਾਂ ਇੰਡਸਟਰੀ ਦੇ ਦੁਆਰਾ ਉਹ ਕੀ ਨੇ ਜੀ ਆਪਣੀ ਜੋ ਏਅਰ ਹੈ ਉਸਦੀ ਕੁਆਲਿਟੀ ਨੂੰ ਡਿਕਰੀਜ਼ ਕਰ ਰਹੀਆਂ ਨੇ। ਆਰਗੈਨਿਕ ਐਂਡ ਇਨਆਰਗੈਨਿਕ ਵੇਸਟ ਆਫ ਇੰਡਸਟਰੀ ਪੋਲਿਊਟ ਆਰ ਵਾਟਰ। ਜੋ ਆਪਣਾ ਫਰੈਸ਼ ਵਾਟਰ ਹੈ ਉਸਨੂੰ ਕੀ ਹੈ ਜੀ ਆਰਗੈਨਿਕ ਐਂਡ ਇਨਆਰਗੈਨਿਕ ਵੇਸਟ ਕੀ ਨੇ ਜੀ ਉਸਦੀ ਕੁਆਲਿਟੀ ਨੂੰ ਵਾਟਰ ਦੀ ਨੂੰ ਡਿਕਰੀਜ਼ ਕਰ ਰਹੇ ਨੇਗੇ। ਨੋਇਸ ਆਫ ਇੰਡਸਟਰੀ ਮਸ਼ੀਨਰੀ ਹਾਰਮਫੁਲ ਫॉर ਬਲੱਡ ਪ੍ਰੈਸ਼ਰ ਪੇਸ਼ੈਂਟਸ। ਜੋ ਇੰਡਸਟਰੀ ਦੀ ਮਸ਼ੀਨਰੀ ਹੈ ਉਹ ਕੀ ਹੈ ਜੀ ਬਹੁਤ ਜ਼ਿਆਦਾ ਨੋਇਸ ਕਰਦੀ ਹੈ, ਜਿਸ ਨਾਲ ਕੀ ਹੈ ਜੀ ਜੋ ਪੇਸ਼ੈਂਟ ਨੇ ਬਲੱਡ ਪ੍ਰੈਸ਼ਰ ਦੇ ਉਹਨਾਂ ਨੂੰ ਕੀ ਹੈ ਜੀ ਬਹੁਤ ਜ਼ਿਆਦਾ ਹਾਰਮਫੁਲ ਨਤੀਜੇ ਭੁਗਤਣੇ ਪੈਂਦੇ ਨੇ। ਲਾਸਟ ਟੌਪਿਕ ਹੈ ਜੀ ਇਸ ਚੈਪਟਰ ਦਾ ਕੰਟਰੋਲ ਆਫ ਇਨਵਾਇਰਮੈਂਟਲ ਡੀਗ੍ਰੇਡੇਸ਼ਨ। ਮਿਨੀਮਾਈਜ਼ਿੰਗ use water for processing by reusing and recycling it in 2 or more successive stages। ਜੋ ਵਾਟਰ ਹੈ ਜੀ ਉਹ ਸਾਨੂੰ ਕੀ ਹੈ ਜੀ ਉਸਦਾ ਰੀਯੂਜ਼ ਕਰਨਾ ਚਾਹੀਦਾ ਹੈ, ਰੀਸਾਈਕਲਿੰਗ ਕਰਨੀ ਚਾਹੀਦੀ ਹੈ ਤਾਂ ਕਿ ਇਸ ਦੀ ਜੋ ਵਰਤੋਂ ਹੈ ਅਸੀਂ ਘਟਾ ਸਕੀਏ ਐਂਡ ਆਪਣੇ ਜੋ ਵਾਟਰ ਹੈ ਉਸਨੂੰ ਸੇਵ ਕਰ ਸਕੀਏ। ਹਾਰਵੈਸਟਿੰਗ ਆਫ ਰੇਨ ਵਾਟਰ ਟੂ ਮੀਟ ਵਾਟਰ ਰਿਕੁਆਇਰਮੈਂਟ। ਜੋ ਰੇਨ ਵਾਟਰ ਹੈ ਜੀ ਉਸ ਦੀ ਸਾਨੂੰ ਹਾਰਵੈਸਟਿੰਗ ਕਰਨੀ ਚਾਹੀਦੀ ਹੈ, ਮੀਨ ਉਸਨੂੰ ਰੇਨ ਵਾਟਰ ਨੂੰ ਸਟੋਰ ਕਰਨਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਐਂਡ ਉਸਨੂੰ ਡਿਫਰੈਂਟ ਵੇ ਦੇ ਵਿੱਚ ਯੂਜ਼ ਕਰਨਾ ਚਾਹੀਦਾ। ਲਾਈਕ ਫੋਰ ਐਗਰੀਕਲਚਰ ਅਸੀਂ ਰੇਨ ਵਾਟਰ ਨੂੰ ਯੂਜ਼ ਕਰ ਸਕਦੇ ਹਾਂਗੇ। ਸਮੋਕ ਕੈਨ ਬੀ ਰਿਡਿਊਸਡ ਬਾਏ ਯੂਜ਼ਿੰਗ ਆਇਲ ਐਂਡ ਗੈਸ ਇੰਸਟੈਡ ਆਫ ਕੋਲ ਇਨ ਫੈਕਟਰੀਜ਼। ਸਾਨੂੰ ਕੀ ਹੈ ਜੀ ਸਮੋਕ ਨੂੰ ਰਿਡਿਊਸ ਕਰਨਾ ਚਾਹੀਦਾ ਹੈ, ਆਇਲ ਐਂਡ ਗੈਸ ਦੀ ਜੋ ਯੂਜ਼ੇਜ ਹੈ ਵਧਾਉਣੀ ਚਾਹੀਦੀ ਹੈਗੀ ਐਂਡ ਕੋਲ ਦੀ ਜੋ ਯੂਜ਼ੇਜ ਹੈ ਫੈਕਟਰੀਜ਼ ਦੇ ਵਿੱਚ ਉਸਨੂੰ ਘਟਾਉਣਾ ਚਾਹੀਦਾ ਹੈ। ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ ਸ਼ੁੱਡ ਬੀ ਯੂਜ਼ ਟੂ ਗੈਟ ਫਿਲਟਰਡ ਏਅਰ ਫਰੋਮ ਚਿਮਨੀਜ਼। ਜਿਹੜੇ ਪਾਵਰ ਪਲਾਂਟਸ ਨੇ ਉਹਨਾਂ ਵਿੱਚ ਕੀ ਹੈ ਜੀ ਚਿਮਨੀ ਦੇ ਵਿੱਚ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ ਲਗਾਏ ਜਾਣੇ ਚਾਹੀਦੇ ਨੇ, ਜਿਸ ਨਾਲ ਕੀ ਹੈ ਫਿਲਟਰਡ ਜੋ ਏਅਰ ਹੈ ਉਹ ਚਿਮਨੀ ਦੇ ਵਿੱਚੋਂ ਬਾਹਰ ਨਿਕਲੇਗੀ। ਠੀਕ ਹੈ ਜੀ। ਮਸ਼ੀਨਰੀ ਯੂਜ਼ਡ ਇਨ ਇੰਡਸਟਰੀ ਸ਼ੁੱਡ ਬੀ ਫਿਟਡ ਵਿਦ ਸਲੈਂਸਰਸ। ਜੋ ਇੰਡਸਟਰੀ ਦੇ ਵਿੱਚ ਮਸ਼ੀਨਰੀ ਯੂਜ਼ ਕੀਤੀ ਜਾਂਦੀ ਹੈ ਉਹਦੇ ਵਿੱਚ ਕੀ ਹੈ ਜੀ ਸਲੈਂਸਰਸ ਫਿੱਟ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨਾਲ ਕੀ ਹੈ ਜੀ ਜੋ ਨੋਇਸ ਪੋਲਿਊਸ਼ਨ ਆ ਉਹ ਘੱਟ ਤੋਂ ਘੱਟ ਹੋ ਸਕੇ। ਸੋ ਅੱਜ ਦੇ ਲੈਕਚਰ ਵਿੱਚ ਅਸੀਂ ਕੀ ਡਿਸਕਸ ਕੀਤਾ ਇੱਕ ਵਾਰ ਰਿਪੀਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਅਸੀਂ ਚੈਪਟਰ ਦੀ ਇੰਟਰੋਡਕਸ਼ਨ ਦੇਖੀ, ਮੀਨਸ ਮੈਨੂਫੈਕਚਰਿੰਗ ਇੰਡਸਟਰੀਜ਼ ਹੁੰਦੀਆਂ ਕੀ ਨੇ ਉਸਦੀ ਇੰਪੋਰਟੈਂਸ ਦੇਖੀ ਐਂਡ ਅੱਗੇ ਅਸੀਂ ਦੇਖਿਆ ਵੀ ਜੋ ਇੰਡਸਟਰੀ ਹੈ ਉਸਦੀ ਨੈਸ਼ਨਲ ਇਕੋਨਮੀ ਨੂੰ ਕੀ ਕੰਟਰੀਬਿਊਸ਼ਨ ਹੈ ਐਂਡ ਇੰਡਸਟਰੀ ਦੀ ਲੋਕੇਸ਼ਨ ਕਿੱਥੇ ਹੋਣੀ ਚਾਹੀਦੀ ਹੈਗੀ। ਫਿਰ ਅਸੀਂ ਦੇਖੀ ਕਲਾਸੀਫਿਕੇਸ਼ਨ ਲਾਈਕ ਐਗਰੋ ਐਂਡ ਮਿਡਲ ਵੇਸਟ, ਕੀ ਇੰਡਸਟਰੀ ਕੰਜ਼ਿਊਮਰ ਇੰਡਸਟਰੀ, ਸਮਾਲ ਸਕੇਲ, ਲਾਰਜ ਸਕੇਲ, ਪ੍ਰਾਈਵੇਟ, ਪਬਲਿਕ, ਜੁਆਇੰਟ, ਕੋਆਪਰੇਟਿਵ, ਹੈਵੀ ਐਂਡ ਲਾਈਟ।
ਅੱਗੇ ਅਸੀਂ ਫਿਰ ਇਹਨਾਂ ਨੂੰ ਡਿਟੇਲ ਦੇ ਵਿੱਚ ਦੇਖਿਆ, ਐਗਰੋ ਵੇਸਟ ਇੰਡਸਟਰੀਜ਼ ਕਿਹੜੀਆਂ ਹੁੰਦੀਆਂ ਨੇ, ਮਿਨਰਲ ਵੇਸਟ ਕਿਹੜੀਆਂ ਹੁੰਦੀਆਂ ਨੇਗੀਆਂ। ਨੈਕਸਟ ਅਸੀਂ ਦੇਖਿਆ ਜੀ ਇੰਡਸਟਰੀਜ਼ ਨਾਲ ਪੋਲਿਊਸ਼ਨ ਕਿੱਦਾਂ ਹੁੰਦਾ ਐਂਡ ਕਿੱਦਾਂ ਅਸੀਂ ਇਸ ਨੂੰ ਕੰਟਰੋਲ ਕਰਨਾ ਹੈ। ਸੋ ਆਈ ਹੋਪ ਤੁਹਾਨੂੰ ਇਹ ਲੈਕਚਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਗॉड ਬlesਸ ਯੂ ਆਲ।